ਦੇ ਅਭਿਆਸ 5.1 ਦੀ ਤੀਸਰੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਕਰਾਂਗੇ ਬਾਕੀ ਰਹਿੰਦੇ ਸਵਾਲ, ਜਿਸ ਦੇ ਵਿੱਚ ਅਸੀਂ ਦੱਸਣਾ ਹੈ ਕਿ ਕਿਹੜੀਆਂ ਸੰਖਿਆਵਾਂ ਜੋ ਹਨ ਅੰਕ ਗਣਿਤਕ ਲੜੀ ਦੇ ਵਿੱਚ ਹਨ ਅਤੇ ਇਸ ਦੇ ਅਗਲੇ 3 ਪਦ ਦੱਸਣੇ ਹਨ। ਤਾਂ ਸਾਡੇ ਕੋਲ ਜੋ ਕੁਐਸਚਨ ਨੰਬਰ 12 ਹੈ ਇਸ ਦਾ ਵਰਗਮੂਲ 2, ਵਰਗਮੂਲ 8, ਵਰਗਮੂਲ 18 ਅਤੇ ਵਰਗਮੂਲ 32। ਤਾਂ ਜਦੋਂ ਅਸੀਂ ਡੀ ਦਾ ਮੁੱਲ ਪਤਾ ਕਰਾਂਗੇ ਯਾਨੀ ਕਿ ਸੈਕਿੰਡ ਟਰਮ ਜੋ ਹੈ ਉਸ ਦੇ ਵਿੱਚੋਂ ਫਸਟ ਟਰਮ ਜੋ ਹੈ ਮਾਈਨਸ ਕਰਾਂਗੇ। ਸੈਕਿੰਡ ਟਰਮ ਸਾਡੇ ਕੋਲ ਹੈ ਵਰਗਮੂਲ 8 ਮਾਈਨਸ ਵਰਗਮੂਲ 2। ਤਾਂ ਜਿਹੜਾ ਵਰਗਮੂਲ 8 ਹੈ ਇਸ ਦੇ ਅਸੀਂ ਫੈਕਟਰ ਬਣਾਵਾਂਗੇ ਤਾਂ ਸਾਡੇ ਕੋਲ ਆ ਜਾਏਗਾ 2 ਮਲਟੀਪਲਾਈ ਬਾਈ 2 ਯਾਨੀ ਕਿ 3 ਟਾਈਮਸ ਜਿਹੜਾ ਹੈ 2 ਆ ਜਾਏਗਾ। ਉਹਨਾਂ ਵਿੱਚੋਂ ਜਿਹੜੇ 2 ਟਾਈਮਸ ਸੀਗੇ, ਇੱਕ 2 ਬਾਹਰ ਆ ਜਾਏਗਾ ਤਾਂ ਸਾਡੇ ਕੋਲ ਆ ਜਾਏਗਾ 2√2 ਮਾਈਨਸ √2 ਯਾਨੀ ਕਿ ਮਾਈਨਸ ਕਰਨ ਤੋਂ ਬਾਅਦ ਸਾਡੇ ਕੋਲ ਬਚ ਜਾਏਗਾ √2। ਹੁਣ ਅਸੀਂ ਥਰਡ ਟਰਮ ਦੇ ਵਿੱਚੋਂ ਸੈਕਿੰਡ ਟਰਮ ਮਾਈਨਸ ਕਰਦੇ ਹਾਂ ਯਾਨੀ ਕਿ √18 ਮਾਈਨਸ √8। √18 ਜਦੋਂ ਅਸੀਂ ਇਸ ਦੇ ਪ੍ਰਾਈਮ ਫੈਕਟਰ ਬਣਾਵਾਂਗੇ ਤਾਂ ਸਾਡੇ ਕੋਲ ਆ ਜਾਏਗਾ ਰੂਟ ਦੇ ਵਿੱਚ 3 ਮਲਟੀਪਲਾਈ ਬਾਈ 3 ਮਲਟੀਪਲਾਈ ਬਾਈ 2। ਤਾਂ ਉਸ ਦੇ ਵਿੱਚੋਂ 3 ਜੋ ਹੈ ਉਹ ਅਸੀਂ ਬਾਹਰ ਲਿਖ ਲਵਾਂਗੇ ਤਾਂ ਸਾਡੇ ਕੋਲ ਆਏਗਾ 3√2। ਅਤੇ ਜਿਵੇਂ ਅਸੀਂ ਉੱਪਰ A2 ਮਾਈਨਸ A1 ਦੇ ਵਿੱਚ ਕੀਤਾ ਸੀ, ਜੋ 8 ਹੈ ਉਹ ਆ ਜਾਏਗਾ ਸਾਡੇ ਕੋਲ 2√2। ਜਦੋਂ ਅਸੀਂ ਇਸ ਨੂੰ ਮਾਈਨਸ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ √2। ਇਸੇ ਤਰ੍ਹਾਂ A4 ਮਾਈਨਸ A3, A4 ਯਾਨੀ ਕਿ 32। ਇਸ ਨੂੰ ਅਸੀਂ ਲਿਖ ਸਕਦੇ ਹਾਂ 2 ਮਲਟੀਪਲਾਈ ਬਾਈ 2 ਫਿਰ 2 ਮਲਟੀਪਲਾਈ ਬਾਈ 2 ਇੰਟੂ 2 ਯਾਨੀ ਕਿ 5 ਟਾਈਮਸ ਜੋ ਹੈ 2 ਆ ਜਾਏਗਾ। ਉਸ ਦੇ ਵਿੱਚੋਂ ਜਦੋਂ ਅਸੀਂ ਪੇਅਰਸ ਬਣਾਵਾਂਗੇ 2 ਦੇ ਤਾਂ 2 ਬਾਰ ਜੋ ਹੈ ਸਾਡੇ ਕੋਲ 2 ਬਾਹਰ ਆ ਜਾਏਗਾ। ਸਾਡੇ ਕੋਲ ਆ ਜਾਏਗਾ 4√2 ਮਾਈਨਸ 3√2 ਤਾਂ ਸਾਡੇ ਕੋਲ ਆ ਜਾਂਦਾ ਹੈ √2। ਤਾਂ ਹੁਣ ਇਹਨਾਂ ਵਿੱਚ ਸਾਂਝਾ ਅੰਤਰ ਜੋ ਹੈ ਉਹ ਬਰਾਬਰ ਹੈ, ਤਾਂ ਇਸ ਲਈ ਜਿਹੜੀ ਇਹ ਲੜੀ ਹੈ ਉਹ ਅੰਕ ਗਣਿਤਕ ਲੜੀ ਹੈ ਅਤੇ ਸਾਡੇ ਕੋਲ ਸਾਂਝਾ ਅੰਤਰ ਜੋ ਆ ਜਾਂਦਾ ਹੈ ਉਹ ਆ ਜਾਂਦਾ ਹੈ ਵਰਗਮੂਲ 2। ਹੁਣ ਇਸ ਦੇ ਅਗਲੇ 3 ਪਦ, ਤਾਂ ਇਸ ਦੇ ਅਗਲਾ 3 ਪਦ ਪਤਾ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ 4 ਪਦ ਦਿੱਤੇ ਹੋਏ ਹਨ। ਪੰਜਵਾਂ ਪਦ ਪਤਾ ਕਰਾਂਗੇ ਤਾਂ ਉਸ ਦੇ ਵਿੱਚ ਸਾਂਝਾ ਅੰਤਰ ਐਡ ਕਰ ਦੇਵਾਂਗੇ ਯਾਨੀ ਕਿ ਵਰਗਮੂਲ 32 ਜੋੜ ਵਰਗਮੂਲ 2। ਵਰਗਮੂਲ 32 ਯਾਨੀ ਕਿ 4 ਵਰਗਮੂਲ 2 ਜੋੜ ਵਰਗਮੂਲ 2, ਇਹ ਸਾਡੇ ਕੋਲ ਆ ਜਾਏਗਾ 5 ਵਰਗਮੂਲ 2। ਜਦੋਂ ਅਸੀਂ ਇਸ ਨੂੰ ਸਾਰੇ ਨੂੰ ਵਰਗਮੂਲ ਵਿੱਚ ਲਿਖਦੇ ਹਾਂ ਤਾਂ 5 ਵਰਗਮੂਲ ਦੇ ਅੰਦਰ 2 ਵਾਰ ਜਾ ਕੇ ਮਲਟੀਪਲਾਈ ਹੋ ਜਾਏਗਾ ਤਾਂ ਸਾਡੇ ਕੋਲ ਆ ਜਾਏਗਾ 5 ਵਰਗਮੂਲ 5 ਵਰਗਮੂਲ 2। ਤਾਂ ਇਹ ਸਾਡਾ ਸਾਰਾ ਆ ਜਾਏਗਾ ਵਰਗਮੂਲ 50। ਇਸੇ ਤਰ੍ਹਾਂ ਅਸੀਂ A6 ਪਤਾ ਕਰਦੇ ਹਾਂ ਤਾਂ ਉਹ ਸਾਡੇ ਕੋਲ ਆ ਜਾਏਗਾ 5√2 ਪਲੱਸ √2 ਯਾਨੀ ਕਿ 6√2। ਅਤੇ ਜਦੋਂ ਅਸੀਂ ਇਸ ਨੂੰ ਬ੍ਰੈਕਟ ਦੇ ਵਿੱਚ ਲਿਖਾਂਗੇ ਤਾਂ ਸਾਡੇ ਕੋਲ ਆ ਜਾਏਗਾ √6 ਯਾਨੀ ਕਿ √72। ਇਸੇ ਤਰ੍ਹਾਂ A7 ਜਦੋਂ ਅਸੀਂ ਪਤਾ ਕਰਾਂਗੇ ਤਾਂ 6√2 ਦੇ ਵਿੱਚ √2 ਐਡ ਕਰ ਦੇਵਾਂਗੇ ਤਾਂ ਸਾਡੇ ਕੋਲ ਆ ਜਾਏਗਾ 7√2, ਜਿਸ ਨੂੰ ਅਸੀਂ ਲਿਖਾਂਗੇ 7 × 7 × 2 ਰੂਟ ਯਾਨੀ ਕਿ √98। ਇਸ ਤਰ੍ਹਾਂ ਅਸੀਂ ਜੋ ਅਗਲੇ 3 ਪਦ ਹਨ ਉਹ ਪਤਾ ਕਰ ਸਕਦੇ ਹਾਂ। ਹੁਣ ਇਸੇ ਦਾ ਕੁਐਸਚਨ ਨੰਬਰ 13, ਜਿਸ ਦੇ ਵਿੱਚ ਸਾਨੂੰ ਟਰਮ ਦਿੱਤੀ ਹੈ ਵਰਗਮੂਲ 3, ਵਰਗਮੂਲ 6, ਵਰਗਮੂਲ 9 ਅਤੇ ਵਰਗਮੂਲ 12। ਤਾਂ ਸਭ ਤੋਂ ਪਹਿਲਾਂ ਅਸੀਂ ਸੈਕਿੰਡ ਟਰਮ ਜੋ ਹੈ ਸਾਡੇ ਕੋਲ ਉਸ ਦੇ ਵਿੱਚੋਂ ਫਸਟ ਟਰਮ ਮਾਈਨਸ ਕਰਦੇ ਹਾਂ। ਸੈਕਿੰਡ ਟਰਮ ਸਾਡੇ ਕੋਲ ਹੈ √6 ਮਾਈਨਸ √3। √6 ਜਦੋਂ ਅਸੀਂ ਇਸ ਦੇ ਪ੍ਰਾਈਮ ਫੈਕਟਰ ਬਣਾਉਂਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ √3 × √2 ਮਾਈਨਸ √3। ਤਾਂ ਇਸ ਦੇ ਵਿੱਚੋਂ √3 ਜੋ ਹੈ ਕਾਮਨ ਆ ਜਾਂਦਾ ਤਾਂ ਸਾਡੇ ਕੋਲ ਆ ਜਾਏਗਾ √3 ਬ੍ਰੈਕਟ ਸਟਾਰਟ √2 ਮਾਈਨਸ 1 ਬ੍ਰੈਕਟ ਕਲੋਜ਼। ਇਸੇ ਤਰ੍ਹਾਂ ਜਦੋਂ ਅਸੀਂ ਥਰਡ ਟਰਮ ਦੇ ਵਿੱਚੋਂ ਸੈਕਿੰਡ ਟਰਮ ਮਾਈਨਸ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ √9 ਮਾਈਨਸ √6। √9 ਯਾਨੀ ਕਿ 3 × 3 ਆ ਜਾਏਗਾ। ਜੋ √6 ਹੈ ਉਹ ਸਾਡੇ ਕੋਲ ਆ ਜਾਏਗਾ √2 × √3। ਤਾਂ √3 ਜੋ ਸਾਡੇ ਕੋਲ ਕਾਮਨ ਲਿਖਾਂਗੇ ਤਾਂ ਸਾਡੇ ਕੋਲ ਆ ਜਾਏਗਾ √3 ਮਾਈਨਸ √2 ਬ੍ਰੈਕਟ ਦੇ ਵਿੱਚ ਅਤੇ √3 ਜੋ ਹੈ ਉਹ ਸਾਡੇ ਕੋਲ ਬਾਹਰ ਆ ਜਾਏਗਾ। ਤਾਂ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਪਹਿਲੇ 2 ਜਿਹੜੇ ਅਸੀਂ ਸਾਂਝੇ ਅੰਤਰ ਪਤਾ ਕੀਤੇ ਹਨ ਬਰਾਬਰ ਨਹੀਂ ਹਨ ਤਾਂ ਥਰਡ ਜੋ ਸਾਂਝਾ ਅੰਤਰ ਅਸੀਂ ਪਤਾ ਕਰਦੇ ਹਾਂ ਉਸ ਦੀ ਸ਼ਾਇਦ ਸਾਨੂੰ ਇਸ ਦੇ ਵਿੱਚ ਕਰਨ ਦੀ ਜ਼ਰੂਰਤ ਨਹੀਂ ਹੈ, ਤਾਂ ਉਹ ਅਸੀਂ ਸਕਿਪ ਵੀ ਕਰ ਸਕਦੇ ਹਾਂ।
ਹੁਣ ਕਿਉਂਕਿ ਸਾਂਝੇ ਅੰਤਰ ਜੋ ਹਨ ਬਰਾਬਰ ਨਹੀਂ ਹਨ, ਜਦੋਂ ਸਾਂਝਾ ਅੰਤਰ ਬਰਾਬਰ ਨਹੀਂ ਹੁੰਦਾ ਤਾਂ ਅੰਕ ਗਿਣਤਕ ਲੜੀ ਜਿਹੜੀ ਹੁੰਦੀ ਹੈ ਉਹ ਨਹੀਂ ਬਣਦੀ। ਤਾਂ ਇਸ ਲਈ ਕਾਮਨ ਡਿਫਰੈਂਸ ਇਜ਼ ਨਾਟ ਸੇਮ, ਸੋ the given series doesn't form a AP। ਇਸ ਲਈ ਇਸ ਦੇ ਅਸੀਂ ਅਗਲੇ 3 ਪਦ ਵੀ ਜੋ ਹਨ ਉਹ ਨਹੀਂ ਪਤਾ ਕਰਾਂਗੇ। ਹੁਣ ਅਸੀਂ ਕਰਦੇ ਹਾਂ ਕੁਐਸਚਨ ਨੰਬਰ 14। ਕੁਐਸਚਨ ਨੰਬਰ 14 ਦੇ ਵਿੱਚ ਸਾਨੂੰ ਜੋ ਟਰਮ ਦਿੱਤੀ ਹੋਈ ਹੈ ਉਹ ਹੈ 1 ਸਕੁਅਰ, 3 ਸਕੁਅਰ, 5 ਸਕੁਅਰ, 7 ਸਕੁਅਰ। 1 ਸਕੁਅਰ ਮਤਲਬ ਕਿ 1 into 1 ਯਾਨੀ ਕਿ ਸਾਡੇ ਕੋਲ 1 ਆ ਜਾਂਦਾ ਹੈ। 3 ਸਕੁਅਰ ਯਾਨੀ ਕਿ 3 into 3 9 ਆ ਜਾਏਗਾ। 5 ਸਕੁਅਰ ਮੀਨਸ 5 into 5 25 ਆ ਜਾਏਗਾ। 7 ਸਕੁਅਰ ਯਾਨੀ ਕਿ 7 into 7 49 ਆ ਜਾਏਗਾ। ਹੁਣ ਜਦੋਂ ਅਸੀਂ ਸਾਂਝਾ ਅੰਤਰ ਪਤਾ ਕਰਾਂਗੇ ਤਾਂ ਸੈਕਿੰਡ ਟਰਮ ਮਾਈਨਸ ਫਸਟ ਟਰਮ ਯਾਨੀ ਕਿ 9 minus 1 ਸਾਡੇ ਕੋਲ ਆ ਜਾਂਦਾ ਹੈ 8। ਇਸੇ ਤਰ੍ਹਾਂ ਥਰਡ ਟਰਮ ਮਾਈਨਸ ਸੈਕਿੰਡ ਟਰਮ ਯਾਨੀ ਕਿ 25 minus 9 ਤਾਂ ਸਾਡੇ ਕੋਲ ਜੋ ਆ ਜਾਂਦਾ ਹੈ ਉਹ ਹੈ 16। ਹੁਣ ਜਦੋਂ ਅਸੀਂ ਦੇਖਦੇ ਹਾਂ ਤਾਂ ਦੋਨੇ ਵਾਰ D ਇਕੁਅਲ ਨਹੀਂ ਆਇਆ, ਤਾਂ ਜੋ ਫੋਰਥ ਹੈ ਉਸ ਦੇ ਵਿੱਚੋਂ ਥਰਡ ਪਾਰਟ ਅਸੀਂ ਸਕਿਪ ਕਰਨ ਦੀ, ਜੋ ਮਾਈਨਸ ਕਰਨ ਦੀ ਹੈ ਜ਼ਰੂਰਤ ਨਹੀਂ ਹੈ, ਕਿਉਂਕਿ ਇੱਥੇ ਸਾਂਝਾ ਅੰਤਰ ਬਰਾਬਰ ਨਹੀਂ ਹੈ, ਇਸ ਲਈ ਇਹ ਅੰਕ ਗਿਣਤਕ ਲੜੀ ਵਿੱਚ ਨਹੀਂ ਹਨ। common difference is not same, so not in AP ਯਾਨੀ ਕਿ ਇਹ ਅਰਥਮੈਟਿਕ ਪ੍ਰੋਗਰੈਸ਼ਨ ਦੇ ਵਿੱਚ ਨਹੀਂ ਹਨ। ਇਸ ਤੋਂ ਬਾਅਦ ਹੁਣ ਅਸੀਂ ਕਰਦੇ ਹਾਂ ਕੁਐਸਚਨ ਨੰਬਰ 15, ਜਿਸ ਦੇ ਵਿੱਚ ਸਾਨੂੰ ਜੋ ਟਰਮ ਦਿੱਤੀ ਹੋਈ ਹੈ ਉਹ ਹੈ 1 ਸਕੁਅਰ, 5 ਸਕੁਅਰ, 7 ਸਕੁਅਰ ਐਂਡ 73। ਜਦੋਂ ਕਿ ਅਸੀਂ 1 ਸਕੁਅਰ ਕਰਦੇ ਹਾਂ ਇਟ ਮੀਨਸ 1 into 1 ਸਾਡੇ ਕੋਲ ਆ ਜਾਂਦਾ ਹੈ 1। 5 ਸਕੁਅਰ ਮੀਨਸ 5 into 5 25। 7 ਸਕੁਅਰ ਯਾਨੀ ਕਿ 7 into 7 49 ਐਂਡ 73। ਹੁਣ ਅਸੀਂ D ਪਤਾ ਕਰਦੇ ਹਾਂ ਸੈਕਿੰਡ ਟਰਮ ਮਾਈਨਸ ਫਸਟ ਟਰਮ, ਇਟ ਮੀਨਸ 25 minus 1 ਸਾਡੇ ਕੋਲ ਆ ਜਾਂਦਾ ਹੈ 24। ਫਿਰ ਅਸੀਂ ਥਰਡ ਟਰਮ 'ਚੋਂ ਸੈਕਿੰਡ ਟਰਮ ਜੋ ਹੈ ਉਹ ਮਾਈਨਸ ਕਰਦੇ ਹਾਂ, A3 minus A2 means 49 minus 25 that is 24। ਇਸ ਤੋਂ ਨੈਕਸਟ ਅਸੀਂ A4 minus A3 ਪਤਾ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 73 minus 49 that is 24। ਹੁਣ ਕਿਉਂਕਿ ਸਾਡੇ ਕੋਲ ਸਾਂਝਾ ਅੰਤਰ ਜੋ ਹੈ ਉਹ ਬਰਾਬਰ ਹੈ ਗਿਆ ਹੈ ਯਾਨੀ ਕਿ 24 ਆ ਗਿਆ ਹੈ, ਇਸ ਲਈ ਦਿੱਤੀ ਹੋਈ ਜੋ ਲੜੀ ਹੈ ਉਹ ਅੰਕ ਗਣਿਤਕ ਲੜੀ ਹੈ। ਦ ਗਿਵਨ ਸੀਰੀਜ਼ ਫਾਰਮਸ ਏ AP। ਹੁਣ ਅਸੀਂ ਅਗਲੇ 3 ਪਦ ਜੋ ਹਨ ਉਹ ਪਤਾ ਕਰਨੇ ਹਨ, ਤਾਂ ਅਗਲੇ 3 ਪਦ ਪਤਾ ਕਰਨ ਦੇ ਲਈ ਅਸੀਂ ਜੋ ਸਾਡੇ ਕੋਲ ਫੋਰਥ ਟਰਮ ਹੈ ਉਸ ਦੇ ਵਿੱਚ D ਦਾ ਮੁੱਲ ਐਡ ਕਰ ਦੇਵਾਂਗੇ ਯਾਨੀ ਕਿ 73 plus 24 that is 97। ਫਿਰ ਉਸ ਤੋਂ ਬਾਅਦ 97 ਦੇ ਵਿੱਚ 24 ਫਿਰ ਤੋਂ ਐਡ ਕਰ ਦਾਂਗੇ, ਸਾਡੇ ਕੋਲ ਆ ਜਾਏਗਾ 121। ਇਸ ਤੋਂ ਬਾਅਦ ਸੋ ਸਾਡੇ ਕੋਲ ਨੈਕਸਟ ਟਰਮ ਪਤਾ ਕਰਨ ਦੇ ਲਈ 121 ਦੇ ਵਿੱਚ ਫਿਰ ਤੋਂ 24 ਐਡ ਕਰ ਦੇਵਾਂਗੇ ਤਾਂ ਸਾਡੇ ਕੋਲ ਆ ਜਾਏਗਾ 145। ਇਸ ਤਰ੍ਹਾਂ ਅਸੀਂ ਜੋ AP ਸੀਰੀਜ਼ ਹੈ ਉਸ ਦੇ ਅਗਲੇ 3 ਪਦ ਜੋ ਹਨ ਪਤਾ ਕਰ ਸਕਦੇ ਹਾਂ। ਤਾਂ ਪਿਆਰੇ ਬੱਚੋ, ਆਸ ਹੈ ਕਿ ਤੁਹਾਨੂੰ 5.1 ਯੂਨਿਟ 10ਵੀਂ ਕਲਾਸ ਅੰਕ ਗਿਣਤਕ ਲੜੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਅਗਲੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਅਭਿਆਸ 5.2। ਤਦ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।